ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਤੇ। ਪੰਜਾਬੀ ਦੇ ਕਤਲ ਦੇ ਵਿੱਚ ਵੱਡੀ ਕਾਰਵਾਈ, ਦੋਸ਼ੀ ਨੂੰ 9 ਸਾਲ ਦੀ ਸਜ਼ਾ। ਏਅਰ ਕੈਨੇਡਾ ਨੂੰ ਵੱਡਾ ਮੁਨਾਫਾ, ਕੰਪਨੀ ਨੇ ਦਿੱਤੀ ਇਸ ਦੀ ਜਾਣਕਾਰੀ। ਪਾਇਲਟ ਹੜਤਾਲ ਤੇ ਲੋਕ ਪਰੇਸ਼ਾਨ, ਹਵਾਈ ਅਸਰ ਤੇ ਵੀ ਪੈ ਸਕਦਾ ਹੈ ਅਸਰ। ਇਮਰਾਨ ਖਾਨ ਲਈ ਕੈਨੇਡਾ ਵਿੱਚ ਪ੍ਰਦਰਸ਼ਨ, ਪਾਕਿਸਤਾਨ ਭਾਈਚਾਰੇ ਨੇ ਚੁੱਕੀ ਆਵਾਜ਼। ਕਈ ਮੁੱਦਿਆਂ ਤੇ ਬੋਲੇ ਟਰੂਡੋ, ਸਾਂਝੀ ਕੀਤੀ ਖਾਸ ਜਾਣਕਾਰੀ। ਅਲਬਰਟਾ ਦੇ ਵਿੱਚ ਜੰਗਲ ਅੱਗ ਦੀ ਜੋ ਸਥਿਤੀ ਬਣੀ ਹੋਈ ਹੈ ਉਸ ਬਾਰੇ ਅਧਿਕਾਰੀਆਂ ਨੇ ਤਾਜ਼ਾ ਅਪਡੇਟ ਜਾਰੀ ਕੀਤੀ। ਫੈਡਰਲ ਸਰਕਾਰ ਵੱਲੋਂ ਫੌਜੀ ਮਦਦ ਭੇਜੀ ਗਈ ਹੈ। 300 ਫੌਜੀਆਂ ਨੂੰ ਭੇਜਿਆ ਗਿਆ ਤਾਂ ਕਿ ਜੰਗਲ ਦੀ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ। ਅਲਬਰਟਾ ਦੇ ਵਿੱਚ ਮੌਜੂਦਾ ਸਮੇਂ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਕੀ ਅਪਡੇਟ ਆਈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਲਬਰਟਾ ਦੇ ਵਿੱਚ ਇਸ ਸਮੇਂ ਜੋ ਜੰਗਲ ਦੀ ਅੱਗ ਦੀ ਸਥਿਤੀ ਹੈ ਉਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਅਜਿਹੇ ਹਾਲਾਤਾਂ ਦੇ ਵਿੱਚ ਫੈਡਰਲ ਸਰਕਾਰ ਵੱਲੋਂ 300 ਸੈਨਿਕ ਮਦਦ ਲਈ ਭੇਜੇ ਗਏ ਨੇ। ਅਲਬਰਟਾ ਦੇ ਪਬਲਿਕ ਸੇਫਟੀ ਮਿਨਿਸਟਰ ਮੁਤਾਬਕ ਫੈਡਰਲ ਸਰਕਾਰ ਨੇ ਜੰਗਲੀ ਅੱਗ ਤੇ ਕਾਬੂ ਪਾਉਣ ਵਿੱਚ ਸੂਬੇ ਦੀ ਮਦਦ ਕੀਤੀ, ਜਿੱਥੇ ਉਹਨਾਂ ਵੱਲੋਂ 300 ਫੌਜੀਆਂ ਨੂੰ ਅਲਬਰਟਾ ਭੇਜਿਆ ਗਿਆ। ਇਹਨਾਂ ਵਿੱਚੋਂ 200 ਸੈਨਿਕ ਅਲਬਰਟਾ ਪਹੁੰਚ ਗਏ ਨੇ ਤੇ 100 ਹੋਰ ਆਉਣ ਵਾਲੇ ਵੀਕਐਂਡ ਤੱਕ ਪਹੁੰਚਣਗੇ। ਮਿਨਿਸਟਰ ਨੇ ਕਿਹਾ ਕਿ ਫੌਜੀ ਦਸਤੇ ਗ੍ਰੈਂਡ ਪੈਰੀ, ਫੌਕਸ ਕ੍ਰੀਕ ਅਤੇ ਡਰੈਟਨ ਵੈਲੀ ਇਲਾਕਿਆਂ ਦੇ ਵਿੱਚ ਤੈਨਾਤ ਹੋਣਗੇ ਤੇ ਰਾਹਤ ਕਾਰਜਾਂ ਦੇ ਵਿੱਚ ਸਹਾਇਤਾ ਕਰਨਗੇ। ਐਮਰਜੈਂਸੀ ਵਿੱਤੀ ਸਹਾਇਤਾ ਵਾਸਤੇ 6500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਨੇ, ਜਿਨ੍ਹਾਂ ਵਿੱਚ $2 ਮਿਲੀਅਨ ਈਮੇਲ ਟ੍ਰਾਂਸਫਰ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਹਨ ਅਤੇ $77,000 ਡੈਬਿਟ ਕਾਰਡਾਂ ਦੇ ਰੂਪ ਦੇ ਵਿੱਚ ਵੰਡੇ ਗਏ। ਅੱਗ ਕਾਰਨ ਕੱਢੇ ਗਏ ਲੋਕਾਂ ਦੀ ਗਿਣਤੀ ਐਮਰਜੈਂਸੀ ਦੇ ਸਿਖਰ ਤੇ 31,000 ਤੋਂ ਘਟ ਕੇ ਹੁਣ 16,470 ਤੇ ਆ ਗਈ। ਗਰਮ ਮੌਸਮ ਦੇ ਸਥਿਤੀ ਦੇ ਵਿੱਚ ਹੁਣ ਹਾਲਾਤ ਗੰਭੀਰ ਬਣਦੇ ਦਿਖਾਈ ਦੇ ਰਹੇ ਨੇ ਤੇ ਹਾਲਾਤ ਹੋਰ ਵਿਗੜਨ ਦੇ ਖਦਸ਼ੇ ਦੇ ਚੱਲਦਿਆਂ ਸੈਨਿਕਾਂ ਦੀ ਤੈਨਾਤੀ ਕੀਤੀ ਗਈ ਹੈ। ਦੱਸ ਦਈਏ ਕਿ 82 ਥਾਵਾਂ ਦੇ ਉੱਪਰ ਜੰਗਲ ਦੀ ਅੱਗ ਅਜੇ ਵੀ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ 23 ਕਾਬੂ ਤੋਂ ਬਾਹਰ ਦੱਸੀਆਂ ਜਾ ਰਹੀਆਂ ਨੇ। ਅਲਬਰਟਾ ਦੇ ਪ੍ਰੀਮੀਅਰ ਵੀ ਇਸ ਬਾਰੇ ਲਗਾਤਾਰ ਗੱਲ ਕਰ ਰਹੇ ਨੇ। ਉਹਨਾਂ ਵੱਲੋਂ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਫੌਜੀ ਦਸਤੇ ਅੱਗ ਬੁਝਾਉਣ ਦੇ ਯਤਨ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਅਤੇ ਭਾਰੀ ਉਪਕਰਨ ਚਲਾਉਣ ਵਰਗੇ ਯਤਨਾਂ ਵਿੱਚ ਮਦਦ ਕਰਨਗੇ। ਜੰਗਲੀ ਅੱਗ ਦੇ ਬੇਕਾਬੂ ਹੋਣ ਤੋਂ ਬਾਅਦ ਅਲਬਰਟਾ ਨੇ ਸ਼ਨੀਵਾਰ ਨੂੰ ਸੂਬੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸ ਸਾਲ ਹੁਣ ਤੱਕ 421 ਜੰਗਲੀ ਅੱਗਾਂ ਨੇ ਅਲਬਰਟਾ ਦਾ 4,10,000 ਹੈਕਟੇਅਰ ਰਕਬਾ ਜਾਲ ਦਿੱਤਾ, ਜੋ ਕਿ ਪੂਰੇ ਸੀਜ਼ਨ ਦੇ ਵਿੱਚ ਸਾੜੇ ਗਏ ਔਸਤ ਖੇਤਰ ਤੋਂ ਲਗਭਗ 2 ਗੁਣਾ ਵੱਧ ਦੱਸਿਆ ਜਾ ਰਿਹਾ ਹੈ। ਇਸ ਜੰਗਲੀ ਅੱਗ ਨੇ ਮੂਲ ਨਿਵਾਸੀ ਭਾਈਚਾਰਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਇਸ ਸਮੇਂ ਅਲਬਰਟਾ ਦੇ 9 ਫਰਸਟ ਨੇਸ਼ਨ ਖਤਰੇ ਹੇਠ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਵਿੱਚ ਵੀ ਇਸ ਸੰਬੰਧੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪਾਕਿਸਤਾਨੀ ਭਾਈਚਾਰੇ ਵੱਲੋਂ ਇਮਰਾਨ ਖਾਨ ਦੇ ਹੱਕ ਦੇ ਵਿੱਚ ਨਾਰਾ ਬੁਲੰਦ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਬਿਲਕੁਲ ਗਲਤ ਹੈ ਤੇ ਉਹਨਾਂ ਵੱਲੋਂ ਇਸ ਸੰਬੰਧੀ ਕੈਨੇਡਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਕੈਨੇਡਾ ਅੰਦਰ ਵੀ ਪ੍ਰਦਰਸ਼ਨ ਹੋਇਆ, ਜਿੱਥੇ ਇਮਰਾਨ ਖਾਨ ਦੇ ਹੱਕ ਦੇ ਵਿੱਚ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਖਾਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਖਾਨ ਦੇ ਸਮਰਥਕਾਂ ਵੱਲੋਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਇਮਰਾਨ ਖਾਨ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਪੇਸ਼ੀ ਭੁਗਤਣ ਲਈ ਪਹੁੰਚੇ। ਸਰੀ ਸ਼ਹਿਰ ਦੇ ਵਿੱਚ ਇੱਕ ਸ਼ਾਂਤਮਈ ਪ੍ਰਦਰਸ਼ਨ ਹੋਇਆ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਪਾਕਿਸਤਾਨ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਨੇ। ਸਰੀ ਵਿੱਚ ਬੋਲਦਿਆਂ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਕੈਨੇਡਾ ਇਕਾਈ ਦੇ ਸਰਗਰਮ ਮੈਂਬਰ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਫੌਜ ਦੇਸ਼ ਨੂੰ ਚਲਾ ਰਹੀ ਹੈ ਤੇ ਖਾਨ ਦੀ ਪਾਰਟੀ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖਾਨ ਨੂੰ ਰਿਹਾ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਪ੍ਰਦਰਸ਼ਨ ਦੇ ਵਿੱਚ ਕੁਝ ਲੋਕ ਸ਼ਾਮਿਲ ਹੋਏ, ਜਿਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਦੱਸ ਦਈਏ ਕਿ 3.5 ਸਾਲ ਤੱਕ ਪਾਕਿਸਤਾਨ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅਪ੍ਰੈਲ ਦੇ ਵਿੱਚ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਖਾਨ ਨੇ ਚੋਣਾਂ ਦੀ ਮੰਗ ਕਰਦਿਆਂ ਰੋਸ ਰੈਲੀਆਂ ਕੀਤੀਆਂ। ਇਮਰਾਨ ਖਾਨ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੂੰ ਸ਼ਾਹਬਾਜ਼ ਸ਼ਰੀਫ ਨੇ ਅਮਰੀਕਾ ਨਾਲ ਮਿਲ ਕੇ ਇੱਕ ਸਾਜ਼ਿਸ਼ ਦੇ ਤਹਿਤ ਸੱਤਾ ਤੋਂ ਬਾਹਰ ਕਰ ਦਿੱਤਾ।
इमरान खान ने अगले 5 सालों ਲਈ ਚੋਣ ਲੜਨ ਉੱਤੇ ਵੀ ਰੋਕ ਲਗਾ ਦਿੱਤੀ ਗਈ। इमरान खान उत्ते इल्जाम ਹਨ कि उन्हां सत्ता ਵਿੱਚ ਰਹਿੰਦਿਆਂ ਹੋਏ जो ਤੋਹਫੇ ਲਏ ਨੇ ਉਸ ਬਾਰੇ ਪਾਕਿਸਤਾਨ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਗਿਆ। ਇਸ ਤੋਂ ਇਲਾਵਾ ਸਰੀ ਦੇ ਵਿੱਚ ਖਾਨ ਦੇ ਹੱਕ ਅੰਦਰ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਗਿਆ ਉਸ ਵਿੱਚ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰ ਵੀ ਨਜ਼ਰ ਆਏ ਜਿਨ੍ਹਾਂ ਵੱਲੋਂ ਇਮਰਾਨ ਖਾਨ ਦਾ ਸਮਰਥਨ ਕੀਤਾ ਗਿਆ। ਪੀਲ ਖੇਤਰ ਦੇ ਬਾਰੇ ਜਲਦ ਹੀ ਫੈਸਲਾ ਆਵੇਗਾ। ਓਨਟਾਰੀਓ ਦੇ ਪ੍ਰੀਮੀਅਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਮੇਅਰ ਪੈਟਰਿਕ ਬਰਾਊਨ ਵੀ ਇਸ ਮੁੱਦੇ ਦੇ ਉੱਪਰ ਬੋਲੇ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਦਾ ਫੈਸਲਾ ਕੀ ਹੋ ਸਕਦਾ ਹੈ ਤੇ ਇਸ ਦਾ ਅਸਰ ਕੀ ਪੈਣ ਵਾਲਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਪੀਲ ਰੀਜਨ ਦੇ ਭਵਿੱਖ ਬਾਰੇ ਫੈਸਲਾ ਬਹੁਤ ਜਲਦ ਹੋਵੇਗਾ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਪੀਲ ਰੀਜਨ ਦੇ ਸ਼ਹਿਰਾਂ ਨੂੰ ਭਵਿੱਖ ਵਿੱਚ ਸੁਤੰਤਰ ਸ਼ਹਿਰਾਂ ਦਾ ਦਰਜਾ ਦੇਣ ਦਾ ਫੈਸਲਾ ਬਹੁਤ ਜਲਦੀ ਆ ਸਕਦਾ ਹੈ। ਪੀਲ ਰੀਜਨ ਦੇ ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲਡਨ ਸ਼ਹਿਰ ਆਉਂਦੇ ਹਨ ਤੇ ਰੀਜਨਲ ਪੈਰਾਮੈਡਿਕਸ ਹੈਲਥ ਪ੍ਰੋਗਰਾਮਾਂ ਅਤੇ ਰੀਸਾਈਕਲਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਜ਼ਿੰਮੇਵਾਰ ਨੇ। ਮਿਊਨਿਸਪਲ ਅਫੇਅਰਸ ਐਂਡ ਹਾਊਸਿੰਗ ਮਿਨਿਸਟਰ ਨੇ ਨਵੰਬਰ ਦੇ ਵਿੱਚ ਐਲਾਨ ਕੀਤਾ ਸੀ ਕਿ ਪੀਲ ਰੀਜਨ ਸਮੇਤ 6 ਰੀਜਨਲ ਸਰਕਾਰਾਂ ਦਾ ਮੁਲਾਂਕਣ ਕਰਨ ਲਈ ਵਿਦੇਸ਼ ਅਧਿਕਾਰੀ ਨਿਯੁਕਤ ਕੀਤੇ ਜਾਣਗੇ ਤੇ ਟੋਰਾਂਟੋ, ਆਟਵਾ ਤੋਂ ਬਾਹਰ ਵੀ ਮਜ਼ਬੂਤ ਮੇਅਰ ਪ੍ਰਣਾਲੀ ਦੇ ਪਸਾਰ ਦੇ ਮੱਦੇਨਜ਼ਰ ਅਪਰ ਟੀਅਰ ਅਤੇ ਲੋਅਰ ਟੀਅਰ ਮਿਊਨਿਸਪੈਲਿਟੀਆਂ ਦਰਮਿਆਨ ਭੂਮਿਕਾਵਾਂ ਦੀ ਵੰਡ ਦਾ ਵੀ ਧਿਆਨ ਰੱਖਿਆ ਜਾਵੇਗਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਪੀਲ ਬਾਰੇ ਅਜੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਪਰ ਉਹਨਾਂ ਉਮੀਦ ਜਤਾਈ ਹੈ ਕਿ ਇਹ ਫੈਸਲਾ ਬਹੁਤ ਜਲਦ ਆ ਜਾਵੇਗਾ। ਪਰ ਨਾਲ ਹੀ ਫੋਰਡ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਮਿਸੀਸਾਗਾ ਤੇ ਬਰੈਂਪਟਨ ਵੱਡੇ ਸ਼ਹਿਰ ਨੇ ਤੇ ਇਹ ਆਤਮ ਨਿਰਭਰ ਬਣ ਸਕਦੇ ਹਨ। ਫੋਰਡ ਨੇ ਕਿਹਾ ਕਿ ਸਾਨੂੰ ਲਗਾਤਾਰ ਰੀਜਨ ਵੱਲ ਜਾਣ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਮਿਸੀਸਾਗਾ ਦੀ ਇੱਕ ਮਿਸਾਲ ਦਿੰਦਾ ਹਾਂ। ਮਿਸੀਸਾਗਾ ਕੈਲਡਨ ਨੂੰ ਦੱਸਦਾ ਹੈ ਕਿ ਕੈਲਡਨ ਦੇ ਵਿੱਚ ਕਿਸ ਚੀਜ਼ ਦਾ ਨਿਰਮਾਣ ਹੋਣਾ ਹੈ ਜਦਕਿ ਕੈਲਡਨ ਮਿਸੀਸਾਗਾ ਤੋਂ ਕਈ ਮੀਲ ਦੂਰ ਹੈ। ਬਰੈਂਪਟਨ ਦੇ ਮੇਅਰ ਨੇ ਕਿਹਾ ਕਿ ਉਹ ਡੁਪਲੀਕੇਸ਼ਨ ਹਟਾਉਣ ਦੇ ਯਤਨਾਂ ਦਾ ਸਵਾਗਤ ਕਰਦੇ ਨੇ ਪਰ ਉਹਨਾਂ ਦਾ ਮੰਨਣਾ ਹੈ ਕਿ ਬਰੈਂਪਟਨ ਅਤੇ ਮਿਸੀਸਾਗਾ ਵੱਖ ਹੁੰਦੇ ਨੇ ਤਾਂ ਮਿਸੀਸਾਗਾ ਬਰੈਂਪਟਨ ਦਾ ਦੇਣਦਾਰ ਹੈ ਕਿਉਂਕਿ ਬਰੈਂਪਟਨ ਦੇ ਰੈਜ਼ੀਡੈਂਟਸ ਨੇ ਮਿਸੀਸਾਗਾ ਦੇ ਇਨਫਰਾਸਟ੍ਰਕਚਰ ਨੂੰ ਫੰਡ ਕੀਤਾ। ਬਰਾਊਨ ਨੇ ਕਿਹਾ ਕਿ ਜੇ ਇਹ ਦੋ ਅੱਡ ਸਿਟੀਜ਼ ਹਨ ਤਾਂ ਬਰੈਂਪਟਨ ਕੋਲ ਵਾਟਰ ਟ੍ਰੀਟਮੈਂਟ ਫੈਸਿਲਿਟੀਜ਼ ਅਤੇ ਪੁਲਿਸ ਹੈੱਡਕੁਆਰਟਰ ਵਰਗੀਆਂ ਹਰ ਤਰ੍ਹਾਂ ਦੀਆਂ ਵੱਖਰੀਆਂ ਸਹੂਲਤਾਂ ਹੋਣੀਆਂ ਜ਼ਰੂਰੀ ਨੇ। ਉਹਨਾਂ ਕਿਹਾ ਕਿ ਮਿਸੀਸਾਗਾ ਦੇ ਮੇਅਰ ਨੂੰ ਲੱਗਦਾ ਹੈ ਕਿ ਉਹ ਬਗੈਰ ਪੈਸੇ ਚੁਕਾਏ ਚੱਲਦੇ ਬਣਨਗੇ ਤਾਂ ਇਸ ਨਾਲ ਬਰੈਂਪਟਨ ਨਿਵਾਸੀ ਖਾਸੇ ਨਾਰਾਜ਼ ਹੋਣਗੇ। ਪਾਇਲਟ ਹੜਤਾਲ ਤੇ ਨੇ ਤੇ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਹਨ। ਵੈਸਟਜੈਟ ਦੇ ਪਾਇਲਟਸ ਵੱਲੋਂ ਹੜਤਾਲ ਦੀ ਜੋ ਜਾਣਕਾਰੀ ਦਿੱਤੀ ਗਈ ਉਸ ਤੋਂ ਬਾਅਦ ਉਡਾਨਾਂ ਸੰਬੰਧੀ ਯਾਤਰੀਆਂ ਵੱਲੋਂ ਪਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਬਹੁਤੇ ਯਾਤਰੀਆਂ ਜਿਨ੍ਹਾਂ ਵੱਲੋਂ ਉਡਾਨਾਂ ਸੰਬੰਧੀ ਆਪਣੀਆਂ ਫਲਾਈਟਸ ਬੁੱਕ ਕਰਵਾਈਆਂ ਗਈਆਂ ਸੀ ਉਹਨਾਂ ਵੱਲੋਂ ਇਸ ਬਾਰੇ ਆਪਣਾ ਪੱਖ ਅਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਹਵਾਈ ਸਫ਼ਰ ਇੱਕ ਵਾਰ ਫਿਰ ਤੋਂ ਪ੍ਰਭਾਵਿਤ ਹੋ ਸਕਦਾ ਹੈ ਜਿਸ ਦਾ ਕਾਰਨ ਵੈਸਟਜੈਟ ਪਾਇਲਟਸ ਦੀ ਹੜਤਾਲ ਹੈ। ਹੁਣ ਵੈਸਟਜੈਟ ਪਾਇਲਟ ਦੀ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਹੜੇ ਯਾਤਰੀਆਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਨੇ ਉਹ ਵੀ ਪਰੇਸ਼ਾਨੀ ਵਿੱਚ ਦਿਖਾਈ ਦੇ ਰਹੇ ਹਨ। ਇਸ ਬਾਰੇ 에ਅਰਲਾਈਨ ਪਾਇਲਟ ਐਸੋਸੀਏਸ਼ਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੜਤਾਲ ਦੇ ਪਿੱਛੇ ਕਈ ਕਾਰਨ ਨੇ। ਉਹਨਾਂ ਵੱਲੋਂ ਮੰਗ ਰੱਖੀ ਜਾ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਦੇ ਵਿੱਚ ਪ੍ਰੋਟੈਕਸ਼ਨ, ਬੈਨੀਫਿਟ ਅਤੇ ਹੋਰ ਵੀ ਕਈ ਚੀਜ਼ਾਂ ਦਿੱਤੀਆਂ ਜਾਣ। ਅਜਿਹੇ ਦੇ ਵਿੱਚ ਸਰਕਾਰ ਦੇ ਨਾਲ ਨੈਗੋਸੀਏਸ਼ਨ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਇਹ ਹੜਤਾਲ ਜਾਰੀ ਰਹੇਗੀ ਜਾਂ ਫਿਰ ਇਸ ਨੂੰ ਰੋਕ ਦਿੱਤਾ ਜਾਵੇਗਾ। ਬਹੁਤ ਸਾਰੇ ਲੋਕ ਜਿਨ੍ਹਾਂ ਵੱਲੋਂ ਆਪਣੀਆਂ ਉਡਾਨਾਂ ਸੰਬੰਧੀ ਟਿਕਟਾਂ ਬੁੱਕ ਕਰਵਾਈਆਂ ਗਈਆਂ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਹੁਣ ਯਾਤਰਾ ਦੀ ਮੰਗ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ ਅਜਿਹੇ ਦੇ ਵਿੱਚ ਹੜਤਾਲ ਦੀ ਖਬਰ ਇੱਕ ਚਿੰਤਾ ਦਾ ਵਿਸ਼ਾ ਬਣਦੀ ਹੋਈ ਦਿਖਾਈ ਦੇ ਰਹੀ ਹੈ। ਏਅਰ ਕੈਨੇਡਾ ਨੂੰ ਪਹਿਲਾਂ ਘਾਟਾ ਸਹਿਣਾ ਪਿਆ ਤੇ ਹੁਣ ਉਹਨਾਂ ਨੂੰ ਵੱਡਾ ਮੁਨਾਫਾ ਹੋਇਆ। ਪਹਿਲੇ ਕੁਆਰਟਰ ਦੇ ਵਿੱਚ ਉਹਨਾਂ ਦਾ ਮੁਨਾਫਾ 2 ਗੁਣਾ ਦੱਸਿਆ ਜਾ ਰਿਹਾ ਹੈ। ਏਅਰ ਕੈਨੇਡਾ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਹੁਣ ਵੱਧ ਯਾਤਰੀ ਸਫ਼ਰ ਕਰਨਾ ਚਾਹੁੰਦੇ ਨੇ। ਏਅਰ ਕੈਨੇਡਾ ਨੂੰ ਵੱਡਾ ਮੁਨਾਫਾ ਹੋਇਆ। ਉਹਨਾਂ ਵੱਲੋਂ ਦੱਸਿਆ ਗਿਆ ਕਿ 1 ਸਾਲ ਦੀ ਤੁਲਨਾ ਦੇ ਵਿੱਚ ਪਹਿਲੇ ਕੁਆਰਟਰ ਅੰਦਰ ਜੋ ਮੁਨਾਫਾ ਹੈ ਉਹ ਦੁੱਗਣਾ ਹੋ ਗਿਆ। ਏਅਰ ਕੈਨੇਡਾ ਵੱਲੋਂ ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਪਹਿਲਾਂ ਦੇ ਮੁਕਾਬਲੇ ਹੁਣ ਵੱਧ ਲੋਕ ਯਾਤਰਾ ਕਰ ਰਹੇ ਨੇ। ਪਹਿਲੇ ਕੁਆਰਟਰ ਦੇ ਵਿੱਚ ਹੀ 에ਅਰਲਾਈਨ ਨੂੰ $4.9 ਬਿਲੀਅਨ ਦਾ ਰੈਵਨਿਊ ਇਕੱਠਾ ਹੋਇਆ।
दस दईए कि पहला घाटा सहन तो बाद एयरलाइन का रेवेन्यू वाधा होया ही दिखाई दिता, जिस बारे उन्होंने खुद भी अपडेट दसी है। मॉन्ट्रियल बेस्ड कंपनी वालों दसिया गया कि उन्होंने उम्मीद है कि उन्हों का मुनाफा 3.2 बिलियन डॉलर ਅਤੇ 4 ਬਿਲੀਅਨ ਡਾਲਰ ਦੇ ਵਿਚਕਾਰ ਹੋਏਗਾ, ਜੋ ਕਿ ਪਹਿਲਾਂ 2.5 ਬਿਲੀਅਨ ਡਾਲਰ ਤੋਂ 3 ਬਿਲੀਅਨ ਡਾਲਰ ਦੇ ਵਿਚਕਾਰ ਸੀ। ਹਾਲ ਹੀ ਦੇ ਅੰਕੜੇ ਦੱਸਦੇ ਹਨ ਕਿ 에ਅਰਲਾਈਨ ਨੂੰ 4.9 ਬਿਲੀਅਨ ਡਾਲਰ ਦਾ ਮੁਨਾਫਾ ਹੋਇਆ, ਜੋ ਕਿ ਪਹਿਲਾਂ 2.6 ਬਿਲੀਅਨ ਡਾਲਰ ਸੀ। ਇਸ ਦੇ ਨਾਲ ਹੀ 에ਅਰ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਪਿਛਲੇ ਕੁਆਰਟਰ ਦੇ ਵਿੱਚ ਉਹਨਾਂ ਨੇ 53% ਦੀ ਆਪਣੀ ਪਰ ਡਿਲੂਟਡ ਸ਼ੇਅਰ ਗਵਾਏ ਹਨ। पंजाबी दे कतल दे संबंध विच ताज़ा अपडेट सामने आई। दस दईए कि प्रभजोत सिंह नामक एक पंजाबी नौजवान का कतल किया गया सी, जिस दे दोषी नूं सख्त सज़ा सुनाई गई है। जज वालों कहा गया कि हुण वो दोषी 9 साल जेल दे विच रहेगा। परिवारक मैंबरां वालों एक बार फिर तो अपना दुख साझा किया गया। पंजाबी दे कतल मामले दे विच पुलिस वालों दोषी नूं सज़ा सुनाई गई है, जिथे उसनूं हुण 9 साल जेल विच रहना पवेगा। इस सस्पैक्ट वालों प्रभजोत सिंह खत्री का कतल किया गया सी। दस दईए कि नोवा स्कोशिया के जज वालों यह फैसला सुनाया गया, जिथे 21 साल के नौजवान नूं 9 साल की सज़ा सुनाई गई है, क्योंकि उस वालों प्रभजोत सिंह खत्री का कतल कर दिता गया। प्रभजोत के उपर चाकू नाल हमला किया गया ते उसकी जान चली गई। यह हमला साल 2021 दे विच अपार्टमेंट बिल्डिंग के बाहर किया गया। शुरुआती समय विच इस सस्पैक्ट के उपर 2nd डिग्री मर्डर चार्जिस लगाए गए ते हुण जज ने सख्त फैसला सुनाया है। दस दईए कि जदों जज वालों अपना फैसला सुनाया गया ते उत्थे प्रभजोत के परिवारक मैंबर भी मौजूद सन। उन्हां वालों दस्सिया गया कि प्रभजोत की मौत तो बाद भाईचारे दे विच सोग दी लहर देखण नूं मिल रही है। उन्हां वालों दस्सिया गया कि प्रभजोत दा इस दुनिया तो तुर जाना उन्हां वास्ते किन्ना वड्डा सदमा सी। परिवारक मैंबरां वालों अपना दुख साझा करदिआं कहा गया कि वो कदे भी अपने पुत्र का विआह नहीं देख सकणगे ते ना ही अपनी नूंह दा स्वागत कर सकणगे, क्योंकि उन्हां दा बेटा हुण इस दुनिया दे विच नहीं रहा। ओंटारियो तो इलैक्ट्रॉनिक बसां दे बारे खास जानकारी सामने आई, जिथे ओंटारियो के प्रीमियर वालों इसकी जानकारी दी गई। दस दईए कि सड़कों के उपर हुण सोमवार तो इलैक्ट्रॉनिक बसां दिखाई देणगीआं, जो कि वातावरण दे विच काफ़ी ज़्यादा मददगार साबित होने वालियां ने। ओंटारियो तो गो बस सर्विस के बारे जानकारी सामने आई, जिथे गो बस सर्विस के विच इलैक्ट्रिक बसां की शुरुआत कर दी गई है। ओंटारियो सरकार की ट्रांसिट कंपनी के विच इलैक्ट्रिक बसां की शुरुआत की जा रही है। इस बारे सूबा सरकार का कहना है कि एक कदम इलैक्ट्रिक वाहनों के विकास, निकासियां घट करन अते यात्रा के ग्रीन ऑप्शनस नूं हुलारा देण विच मदद करेगा। प्रेस कॉन्फ्रेंस दौरान ओंटारियो के प्रीमियर ने इस बारे जानकारी दी, जिथे उन्होंने कहा कि यह सिर्फ शुरुआत है। भविख इलैक्ट्रिक वाहन हैं अते इसकी अगवाई साडे वल्लों कीती जावेगी। कंपनी के प्रेजिडेंट अते CEO ने कहा कि ट्रांसिट एजेंसी की फाइट विच शुरुआत अंदर 2 इलैक्ट्रिक बसां शामिल हो रही ने, जो सोमवार नूं सड़कों ते चलदियां नज़र आउणगीआं ते नाल ही उन्हां कहा कि भविख दे विच होर बसां भी शामिल कीते जाण दी संभावना है। इस तो इलावा उन्हां दा कहना है कि प्रति इलैक्ट्रिक बस की लागत करीब 1.5 मिलियन डॉलर है, जो कि आम डीजल की बस की लागत नालों भावें दुगनी रकम है, पर यह बस नूं चलाउण अते इसके जीवन काल की घट लागत उक्त फर्क की भरपाई करेगी। प्रोविंस अनुसार ये इलैक्ट्रिक बसां एक बारी चार्ज करन ते 225 तो 300 किलोमीटर तक चल सकदियां ने। प्रोविंस का कहना है कि वो दिसंबर 2021 तो इलैक्ट्रिक गो बस टेस्ट कर रही हैं ते प्रोग्राम के विस्तार संबंधी सवारियों तो फीडबैक लिया जाएगा। मिसिसागा, नॉर्थ यॉर्क, मिल्टन, नॉर्थ यॉर्क, ऑशवा, यॉर्कडੇਲ ਅਤੇ ऑशवा फ्रेंच एक्सप्रेस लाइनां ते यात्री नवीं बसां ते चढ़ सकणगे। सूबे का कहना है कि नवीं इलैक्ट्रिक बसां डीजल बसां नालों शांत होणगीआं अते इन्हां विच USB चार्जर भी लगाए जाणगे। नर्सां वास्ते खास उपराला अलग-अलग प्रोविंसेस वालों किया जा रहा है। अंतरराष्ट्रीय नर्स डे के मौके के उपर इस बारे ताज़ा जानकारी सामने आई, जिहदे IRCC वालों दस्सिया गया कि सूबे नर्सां दे हक दे विच की कुछ कर रहे ने। इमीग्रेंट नर्सिस नूं फायदा मिलेगा, जिस बारे कैनेडा के सूबियां तो खास जानकारी सामने आई है। जी हाँ, हर साल ही 12 मई नूं कैनेडा वालों अंतरराष्ट्रीय नर्स डे मनाया जाता है, जिथे कैनेडा विच नर्सां दे योगदान की शलाघा की जाती है। दस दईए कि मौजूदा समय कैनेडा विच नर्सां दी अजे भी मंग है।
ਹਾਲ ਹੀ ਦੇ ਵਿੱਚ ਜੋ ਜੌਬ ਵੈਕੈਂਸੀ ਡਾਟਾ ਸਾਹਮਣੇ ਆਇਆ ਉਹਨਾਂ ਤੋਂ ਪਤਾ ਚੱਲਿਆ ਹੈ ਕਿ ਅਜੇ ਵੀ 1,62,100 ਨੌਕਰੀਆਂ ਖਾਲੀ ਪਈਆਂ ਹਨ, ਜਿਨ੍ਹਾਂ ਵਾਸਤੇ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅਜਿਹਾ ਉਦੋਂ ਨਹੀਂ ਹੋਇਆ ਜਦੋਂ ਪੈਂਡੈਮਿਕ ਦਾ ਅਸਰ ਦੇਖਣ ਨੂੰ ਮਿਲਿਆ, ਬਲਕਿ ਪੈਂਡੈਮਿਕ ਤੋਂ ਪਹਿਲਾਂ ਵੀ ਨਰਸਾਂ ਦੀ ਕੈਨੇਡਾ ਵਿੱਚ ਕਾਫੀ ਕਮੀ ਦੇਖਣ ਨੂੰ ਮਿਲਦੀ ਸੀ। ਸਾਲ 2022 ਦੀ ਰਿਪੋਰਟ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ, ਜੋ ਕਿ ਕੈਨੇਡੀਅਨ ਫੈਡਰੇਸ਼ਨ ਆਫ ਨਰਸਿਸ ਯੂਨੀਅਨ ਵੱਲੋਂ ਜਾਰੀ ਕੀਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਨਰਸਾਂ ਨੂੰ ਮੈਂਟਲ ਹੈਲਥ ਵਰਗੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਸੂਬਿਆਂ ਵੱਲੋਂ ਇਸ ਸੰਬੰਧੀ ਕਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਨਰਸਾਂ ਉਹਨਾਂ ਵੱਲੋਂ ਆਕਰਸ਼ਿਤ ਕੀਤੀਆਂ ਜਾ ਸਕਣ। ਅਲਬਰਟਾ ਦੇ ਵਿੱਚ ਫਰਵਰੀ ਮਹੀਨੇ $5 ਮਿਲੀਅਨ ਦੀ ਇਨਵੈਸਟਮੈਂਟ ਦਾ ਐਲਾਨ ਕੀਤਾ ਗਿਆ, ਜਿਸ ਦੇ ਨਾਲ ਫਾਇਦਾ ਦਿੱਤਾ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਹਾਲ ਹੀ ਦੇ ਵਿੱਚ ਇੱਕ ਨਵਾਂ ਐਲਾਨ ਕੀਤਾ ਤਾਂ ਕਿ ਨਰਸਾਂ ਨੂੰ ਮਦਦ ਮਿਲ ਸਕੇ। ਮੈਨੀਟੋਬਾ ਸੂਬੇ ਵੱਲੋਂ ਵੀ ਨਵੰਬਰ 2022 ਦੇ ਵਿੱਚ ਹੈਲਥ ਹਿਊਮਨ ਰਿਸੋਰਸਿਸ ਐਕਸ਼ਨ ਪਲਾਨ ਦਾ ਐਲਾਨ ਕੀਤਾ ਗਿਆ। ਅਜਿਹਾ ਹੀ ਨੋਵਾ ਸਕੋਸ਼ੀਆ ਦੇ ਵਿੱਚ ਵੀ 20 ਮਾਰਚ ਨੂੰ ਦੇਖਣ ਨੂੰ ਮਿਲਿਆ, ਜਿੱਥੇ ਦੱਸਿਆ ਗਿਆ ਕਿ ਨਰਸਿਸ ਨੂੰ $10,000 ਦਾ ਰੈਕੋਗਨਾਈਜੇਸ਼ਨ ਬੋਨਸ ਦਿੱਤਾ ਜਾਵੇਗਾ। ਓਨਟਾਰੀਓ ਸੂਬੇ ਵੱਲੋਂ ਵੀ ਅਕਤੂਬਰ 2022 ਨੂੰ ਖਾਸ ਐਲਾਨ ਕੀਤਾ ਗਿਆ, ਜਿਸ ਦੇ ਬਾਰੇ ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਇਮੀਗ੍ਰੈਂਟ ਨਰਸਿਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਹੁਣ ਸੂਬਿਆਂ ਵੱਲੋਂ ਇਸ ਸੰਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਬਾਰੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਨਰਸਾਂ ਨੂੰ ਫਾਇਦਾ ਹੋ ਸਕਦਾ ਹੈ। ਕਈ ਮੁੱਦਿਆਂ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਵਿਦੇਸ਼ੀ ਦਖਲ-ਅੰਦਾਜ਼ੀ ਦੇ ਬਾਰੇ ਵੀ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ। ਕੁਝ ਖਾਸ ਮੁੱਦਿਆਂ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਉਹਨਾਂ ਵੱਲੋਂ ਵਿਦੇਸ਼ੀ ਦਖਲ-ਅੰਦਾਜ਼ੀ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਹਥਿਆਰਾਂ ਦੇ ਬਿੱਲ ਸੰਬੰਧੀ ਵੀ ਉਹਨਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਇਸ ਮੁੱਦਿਆਂ ਦੇ ਬਾਰੇ ਕੀ ਕੁਝ ਕਹਿ ਰਹੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। Office to ever visit Nain and this section of Nunatsiavut. It was a wonderful meeting with the ICPC, the Inuit Crown Partnership meeting that really dug into the work we've been doing over the past 5 years on reconciliation, on the Inuit Crown Partnership, and it is a great sign to be able to continue to work here on the land, meeting people and building a stronger future together. The welcome by the community was extraordinarily touching and is a sign of the work we're doing in the right direction. There's a lot more to do, but obviously it was great to be up here with so many ministers to have a really, really important milestone meeting. C'est un grand plaisir d'être ici au Nunatsiavut aujourd'hui, à Nain, pour parler du partenariat entre la Couronne et le peuple inuit. Évidemment, beaucoup de travail à faire encore, mais on a marqué vraiment 5 ans de travail ensemble et l'accueil qu'on a eu de la communauté souligne qu'on est en train de faire des bons progrès, mais bien sûr, il reste beaucoup à faire encore. ਮੰਤਰੀ ਹਰਜੀਤ ਸੱਜਣ ਵੱਲੋਂ ਰਾਹਤ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ $12 ਮਿਲੀਅਨ ਦੀ ਫੰਡਿੰਗ ਐਲਾਨ ਕੀਤੀ ਹੈ। ਇਸ ਫੰਡਿੰਗ ਦੇ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਫੈਡਰਲ ਸਰਕਾਰ ਵੱਲੋਂ ਖਾਸ ਐਲਾਨ ਕੀਤਾ ਗਿਆ, ਜਿੱਥੇ ਹਰਜੀਤ ਸੱਜਣ ਵੱਲੋਂ $12 ਮਿਲੀਅਨ ਦੀ ਫੰਡਿੰਗ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਪ੍ਰੀ ਅਰਾਈਵਲ ਸੈਟਲਮੈਂਟ ਸਪੋਰਟ ਦੇ ਵਿੱਚ ਮਦਦ ਹੋਵੇਗੀ, ਜਿਸ ਬਾਰੇ ਮੰਤਰੀ ਨੇ ਸਾਰੀ ਜਾਣਕਾਰੀ ਦਿੱਤੀ ਹੈ। Thank you, Ryan. I too want to acknowledge that we are gathered today on the traditional unceded territory of the Musqueam, Squamish, and Tsleil-Waututh First Nations. I also want to acknowledge my two colleagues who are with me, Member of Parliament Talbir Mohammed and Member of Parliament Wilson Mao, who have joined me here today. And I also want to acknowledge Member of Parliament Jenny Kwan, who's riding but regrettably she could not be here with us. I want to take this opportunity to also thank Success for not only hosting this event, but also for their 50th anniversary of helping the newcomers to Canada. The support that Success provides to newcomers and refugees who come to Canada makes their life much more easy as they arrive. And making a decision to come to a new country is a life-altering event, and it goes beyond simply just moving between country. It means about adopting a brand new life. It means finding new opportunities for work. It means new neighborhoods, new schools for kids, new communities to get to understand. It is often one of the biggest decisions most people will have
will make in their lives. And I speak also personally from experience. Like I think many people would do in Canada when I moved to Canada with my parents and my sister when I was 5 years old. Now, through the pre-arrival programs and organizations like Success, we can help newcomers improve their social integration and economic opportunities by connecting them with the information and services they need. And as a country, we know that newcomers who feel supported are ready to show that they are hard workers, and they have proven this. They're involved community members, and they're also active citizens. ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੁਣਵੀਆਂ ਖਬਰਾਂ ਦੇ ਉੱਪਰ। ਪੰਜਾਬੀ ਦੇ ਕਤਲ ਦੇ ਵਿੱਚ ਵੱਡੀ ਕਾਰਵਾਈ, ਦੋਸ਼ੀ ਨੂੰ 9 ਸਾਲ ਦੀ ਸਜ਼ਾ। ਏਅਰ ਕੈਨੇਡਾ ਨੂੰ ਵੱਡਾ ਮੁਨਾਫਾ, ਕੰਪਨੀ ਨੇ ਦਿੱਤੀ ਇਸ ਦੀ ਜਾਣਕਾਰੀ। ਪਾਇਲਟ ਹੜਤਾਲ ਤੇ ਲੋਕ ਪਰੇਸ਼ਾਨ, ਹਵਾਈ ਅਸਰ ਤੇ ਵੀ ਪੈ ਸਕਦਾ ਹੈ ਅਸਰ। ਇਮਰਾਨ ਖਾਨ ਲਈ ਕੈਨੇਡਾ ਵਿੱਚ ਪ੍ਰਦਰਸ਼ਨ, ਪਾਕਿਸਤਾਨ ਭਾਈਚਾਰੇ ਨੇ ਚੁੱਕੀ ਆਵਾਜ਼। ਕਈ ਮੁੱਦਿਆਂ ਤੇ ਬੋਲੇ ਟਰੂਡੋ, ਸਾਂਝੀ ਕੀਤੀ ਖਾਸ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮਨਿੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।